ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕੁਝ ਦਿਨਾਂ ਤੋਂ ਤੁਸੀਂ ਤਕਰੀਬਨ ਰੋਜ਼ ਹੀ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਹੋ ਕਿ ਕਰਨਾਟਕ ਦੀਆਂ ਕੁਝ ਵਿਦਿਅਕ ਸੰਸਥਾਵਾਂ ਦੇ ਵਿੱਚ, ਵਿਦਿਅਕ ਅਦਾਰਿਆਂ ਦੇ ਵਿੱਚ ਕੁਝ ਮੁਸਲਮਾਨ ਬੱਚੀਆਂ ਨੂੰ ਹਿਜਾਬ ਪਹਿਨਣ ਤੋਂ ਰੋਕਣ ਉਪਰੰਤ ਇੱਕ ਖਾਸ ਤਰ੍ਹਾਂ ਦਾ ਵਿਵਾਦ ਜਾਂ ਕਹਿ ਸਕਦੇ ਹੋ ਕਿ ਮੁੱਦਾ ਮੀਡੀਆ ਦੇ ਵਿੱਚ, ਅਖਬਾਰਾਂ ਦੇ ਵਿੱਚ, ਇੱਥੋਂ ਤੱਕ ਕਿ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵੀ ਉਹ ਮੁੱਦਾ ਭਖਿਆ ਹੋਇਆ ਹੈ। ਭਖਵੀਂ ਚਰਚਾ ਹੋ ਰਹੀ ਹੈ ਅਤੇ ਉਸ ਚਰਚਾ ਦੇ ਉੱਪਰ ਜਦੋਂ ਕਿਸੇ ਸਿੱਖ ਦੇ ਵੱਲੋਂ ਖਾਸ ਕਰਕੇ ਅਜਿਹੇ ਮੁੱਦੇ ਦੇ ਉੱਪਰ ਵਿਚਾਰ ਦਿੱਤੇ ਜਾਂਦੇ ਨੇ ਤਾਂ ਬਹੁਤੇ ਵੀਰ ਤਾਂ ਇਹ ਕਹਿੰਦੇ ਨੇ ਕਿ ਜਦੋਂ ਸਿੱਖਾਂ ਦੇ ਉੱਪਰ ਕੋਈ ਸਮੱਸਿਆ ਖੜੀ ਹੁੰਦੀ ਹੈ ਤਾਂ ਸਾਡੇ ਨਾਲ ਤਾਂ ਕੋਈ ਖੜਾ ਨਹੀਂ ਹੁੰਦਾ, ਇਸ ਕਰਕੇ ਅਸੀਂ ਬਾਕੀ ਧਰਮਾਂ ਦੇ ਉੱਪਰ ਪੈਦਾ ਹੋਣ ਵਾਲੀਆਂ ਇਹਨਾਂ ਸਮੱਸਿਆਵਾਂ ਦੇ ਉੱਪਰ ਧਿਆਨ ਕੇਂਦਰਿਤ ਨਾ ਕਰੀਏ, ਭਾਵ ਕਿ ਇਹਨਾਂ ਦੇ ਬਾਰੇ ਸਾਨੂੰ ਕਿਤੇ ਨਾ ਕਿਤੇ ਨਿਰਪੱਖ ਹੀ ਰਹਿਣਾ ਚਾਹੀਦਾ। ਪਰ ਦੂਸਰੇ ਪਾਸੇ ਸਾਨੂੰ ਇੱਕ ਗੱਲ ਨੂੰ ਬੜੇ ਧਿਆਨ ਦੇ ਨਾਲ ਵਾਚਣ ਦੀ ਲੋੜ ਹੈ ਕਿ ਜਦੋਂ ਅਸੀਂ ਵੱਧ ਰਹੀ ਆਬਾਦੀ ਦੇ ਵਿੱਚ ਘੱਟ ਗਿਣਤੀਆਂ ਦੀ ਸਥਿਤੀ ਨੂੰ ਵੇਖਦੇ ਹਾਂ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਜਦੋਂ ਇਵੇਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਕਿਸੇ ਵੀ ਘੱਟ ਗਿਣਤੀ ਕੌਮੀਅਤ ਨੂੰ ਆਪਣੇ ਭਵਿੱਖ ਨੂੰ ਲੈ ਕੇ ਜ਼ਰੂਰ ਚਿੰਤਤ ਹੋਣਾ ਪੈਂਦਾ ਹੈ। ਉਹਦਾ ਕਾਰਨ ਹੈ ਕਿ ਜੇਕਰ ਅੱਜ ਕਿਸੇ ਘੱਟ ਗਿਣਤੀ ਕੌਮੀਅਤ ਦੇ ਉੱਪਰ ਇੱਕ ਬਹੁ ਗਿਣਤੀ ਜਿਹੜੀ ਹੈ ਉਹਦੇ ਧਾਰਮਿਕ ਚਿੰਨ੍ਹਾਂ ਜਾਂ ਉਹਦੇ ਮਰਿਆਦਾ ਜਾਂ ਜੋ ਕੁਛ ਵੀ ਉਹਨਾਂ ਦੇ ਧਾਰਮਿਕ ਅਕੀਦੇ ਦੇ ਵਿੱਚ ਆਉਂਦਾ ਹੈ, ਜੇ ਉਸ ਨੂੰ ਵੀ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਜਾਂ ਉਹਦੇ ਪ੍ਰਤੀ ਇੰਨੀ ਜ਼ਿਆਦਾ ਅਸਹਿਣਸ਼ੀਲਤਾ ਜਿਹੜੀ ਹੈ ਉਹ ਵਿਖਾਈ ਜਾ ਰਹੀ ਹੈ, ਤਾਂ ਹਰ ਘੱਟ ਗਿਣਤੀ ਕਿਤੇ ਨਾ ਕਿਤੇ ਆਪਣੇ ਭਵਿੱਖ ਨੂੰ ਸੋਚ ਕੇ ਇਸ ਚਿੰਤਨ ਦੀ ਦਿਸ਼ਾ ਵੱਲ ਵਹਿ ਤੁਰਦੀ ਹੈ ਕਿ ਹੋ ਸਕਦਾ ਕੱਲ੍ਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਧਾਰਮਿਕ ਚਿੰਨ੍ਹ, ਸਾਡੀਆਂ ਮਰਿਆਦਾ ਜਾਂ ਸਾਡੀਆਂ ਮਨੌਤਾਂ, ਸਾਡੀ ਮਰਿਆਦਾ, ਇਹਦੇ ਬਾਰੇ ਵੀ ਹੋ ਸਕਦਾ ਕਿ ਬਹੁ ਗਿਣਤੀ ਇਵੇਂ ਦਾ ਰਵੱਈਆ ਹੀ ਅਖਤਿਆਰ ਕਰੇ। ਖੈਰ, ਸਾਰਾ ਮਸਲਾ ਤਫਸੀਲ ਦੇ ਨਾਲ ਤੁਹਾਡੇ ਨਾਲ ਸਾਂਝਾ ਕਰਨ ਤੋਂ ਪਹਿਲਾਂ ਇੱਕ ਗੱਲ ਦੱਸਣਾ ਚਾਹੁੰਦਾ, ਜਿਹੜੀ ਮੈਨੂੰ ਇੱਕ ਗੱਲ ਹਮੇਸ਼ਾ ਜਿਹੜੀ ਆ ਮੈਨੂੰ ਕਿਤੇ ਨਾ ਕਿਤੇ ਖਟਕਦੀ ਵੀ ਹੈ ਅਤੇ ਕਿਤੇ ਨਾ ਕਿਤੇ ਇੱਕ ਮਾਣ ਜਿਹਾ ਵੀ ਮਹਿਸੂਸ ਹੁੰਦਾ ਹੈ ਕਿ ਜਦੋਂ ਰਾਜਮੋਹਨ ਗਾਂਧੀ ਨੇ ਆਪਣੀ ਕਿਤਾਬ ਪੰਜਾਬ ਏ ਹਿਸਟਰੀ ਫਰੋਮ ਔਰੰਗਜ਼ੇਬ ਟੂ ਮਾਊਂਟ ਬੈਟਨ, ਉਹਦੇ ਵਿੱਚ ਉਹਨੇ ਨਾ ਇੱਕ ਕਹਿ ਸਕਦੇ ਹੋ ਕਿ ਅਹਿਮ ਜਿਹਾ ਤੱਤ ਸਾਡੇ ਸਾਹਮਣੇ ਰੱਖਿਆ। ਉਹ ਕਹਿੰਦਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਹੁੰਦੇ ਹੋਏ ਸਿੱਖ ਬਹੁ ਗਿਣਤੀ ਮੁਸਲਮਾਨਾਂ ਔਰ ਹਿੰਦੂਆਂ ਦੇ ਉੱਪਰ ਰਾਜ ਕਿਵੇਂ ਕਰ ਗਏ। ਐਗਜ਼ੈਕਟ ਵਰਡਿੰਗ ਇਹ ਤਾਂ ਨਹੀਂ ਹੈ, ਪਰ ਉਸ ਵਰਡਿੰਗ ਦਾ ਜਾਂ ਜਿਹੜੇ ਪੈਰੇ ਦੇ ਵਿੱਚ ਉਹ ਗੱਲ ਕਰਦਾ ਉਹਦਾ ਨਿਚੋੜ ਇਹ ਬਣਦਾ। ਹੁਣ ਬੇਸ਼ੱਕ ਉਸ ਰਾਜ ਕਰਨ ਦੀ ਕਹਿ ਸਕਦੇ ਹੋ ਕਿ ਬਿੱਧ ਦੇ ਵਿੱਚ ਸਾਡੀ ਬਹਾਦਰੀ ਹੈ, ਸਾਡਾ ਨਿਸ਼ਚਾ ਹੈ, ਸਾਡਾ ਮਿੱਟੀ ਨਾਲ ਮੋਹ ਹੈ, ਸਾਡੀ ਸਹਿਨਸ਼ੀਲਤਾ ਹੈ, ਔਰ ਆਪਣੇ ਧਰਮ ਨੂੰ ਨਿਭਾਉਂਦੇ ਹੋਏ ਵੀ, ਆਪਣੇ ਧਰਮ ਦੀਆਂ ਮਾਨਤਾਵਾਂ ਨੂੰ ਨਿਭਾਉਂਦੇ ਹੋਏ ਵੀ ਬਾਕੀ ਧਰਮਾਂ ਦੇ ਪ੍ਰਤੀ ਸਾਡਾ ਸਤਿਕਾਰ ਦੇਣ ਦਾ ਜਿਹੜਾ ਨਜ਼ਰੀਆ ਹੈ ਉਹਦੇ ਪਿੱਛੇ ਉਹ ਹੈ ਜਿਸ ਕਰਕੇ ਉਹ ਰਾਜ ਜਿਸ ਨੂੰ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਹਿੰਦੇ ਹਾਂ, ਉਹਦੇ ਵਿੱਚ ਕੋਈ ਵੀ ਧਰਮ ਆਧਾਰਿਤ ਜਾਂ ਫਿਰਕੇ ਦੇ ਆਧਾਰਿਤ ਕੋਈ ਦੰਗਾ ਨਹੀਂ, ਕੋਈ ਫਿਰਕਾ ਪ੍ਰਸਤੀ ਵਾਲੀ ਹਿੰਸਾ ਨਹੀਂ, ਅਤੇ ਕਿਸੇ ਨੂੰ ਵੀ ਧਾਰਮਿਕ ਤੌਰ ਦੇ ਉੱਪਰ ਉਸ ਦੇ ਅਕੀਦੇ ਦੀਆਂ ਮਾਨਤਾਵਾਂ ਨੂੰ ਮੰਨਣ ਤੋਂ ਰੋਕਿਆ ਨਹੀਂ ਗਿਆ, ਅਤੇ ਨਾ ਹੀ ਕੋਈ ਮਨੁੱਖ ਇਹ ਕਹਿ ਸਕਦਾ ਹੈ ਕਿ ਕਿਸੇ ਰਾਜ ਕਰ ਰਹੀ ਧਿਰ ਨੇ ਮੇਰੇ ਅਕੀਦੇ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਠੇਸ ਪਹੁੰਚਾਉਣ ਦਾ ਕੋਈ ਯਤਨ ਕੀਤਾ। ਇਸ ਸਾਰੀ ਗੱਲ ਦਾ ਜਵਾਬ ਮੈਂ ਆਖਰ ਦੇ ਵਿੱਚ ਦੇਣ ਦਾ ਯਤਨ ਕਰਾਂਗਾ। ਪਹਿਲਾਂ ਥੋੜ੍ਹਾ ਜਿਹਾ ਇਸ ਮੁੱਦੇ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਮੀਡੀਆ ਦੇ ਵਿੱਚ ਇਹ ਮਸਲਾ ਉਸ ਵੇਲੇ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਜਦੋਂ ਕਰਨਾਟਕਾ ਦੇ ਉਡੂਪੀ ਜ਼ਿਲ੍ਹਾ ਦੇ ਸਰਕਾਰੀ ਕਾਲਜ ਦੇ ਵਿੱਚ ਜਿਹੜੀਆਂ ਬੱਚੀਆਂ ਸੀ ਇਸਲਾਮ ਧਰਮ ਨਾਲ ਸੰਬੰਧਿਤ, ਉਹਨਾਂ ਨੂੰ ਹਿਜਾਬ ਪਾ ਕੇ ਆਉਣ ਤੋਂ ਰੋਕ ਦਿੱਤਾ ਗਿਆ। ਖੈਰ, ਇਹ ਮਸਲਾ ਤਾਂ ਤਕਰੀਬਨ ਜਨਵਰੀ ਦੇ ਪਹਿਲੇ ਹਫਤੇ ਤੋਂ 1 ਜਨਵਰੀ ਤੋਂ ਹੀ ਹੌਲੀ ਹੌਲੀ ਚੱਲਦਾ ਆ ਰਿਹਾ ਸੀ, ਪਰ ਉਸ ਵੇਲੇ ਮੀਡੀਆ ਦੇ ਵਿੱਚ ਇੱਕ ਬਹੁਤ ਜ਼ਿਆਦਾ ਕਹਿ ਸਕਦੇ ਹੋ ਕਿ ਇਸ ਮਸਲੇ ਨੂੰ ਉਭਾਰ ਮਿਲਿਆ ਜਦੋਂ ਇੱਕ ਮੁਸਲਮਾਨ ਬੱਚੀ ਕਾਲਜ ਦੇ ਵਿੱਚ ਆਪਣੀ ਅਸਾਈਨਮੈਂਟ ਜਮ੍ਹਾਂ ਕਰਾਉਣ ਦੇ ਵਾਸਤੇ ਆਈ
ਔਰ ਜਿਸਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਦੱਸਿਆ ਕਿ ਮੈਂ ਅਕਸਰ ਕਾਲਜ ਦੇ ਵਿੱਚ ਬੁਰਕਾ ਪਹਿਨ ਕੇ ਹੀ ਆਉਂਦੀ ਹਾਂ, ਔਰ ਜਦੋਂ ਮੈਂ ਕਲਾਸ ਦੇ ਵਿੱਚ ਜਾਂਦੀ ਹਾਂ ਫਿਰ ਮੈਂ ਹਿਜਾਬ ਪਹਿਨਿਆ ਰਹਿਣ ਦਿੰਦੀ ਹਾਂ ਅਤੇ ਆਪਣਾ ਬੁਰਕਾ ਉਤਾਰ ਦਿੰਦੀ ਹਾਂ। ਮੈਂ ਵੇਖਿਆ ਕਾਲਜ ਦੇ ਵਿੱਚ ਮੇਰੇ ਨਾਲ ਵੀ ਕਈ ਵਿਦਿਆਰਥਣਾਂ ਜਿਹੜੀਆਂ ਸੀਗੀਆਂ ਇਸਲਾਮ ਧਰਮ ਨਾਲ ਸੰਬੰਧ ਰੱਖਦੀਆਂ ਸੀ, ਅਤੇ ਅਕਸਰ ਉਹਨਾਂ ਦਾ ਵੀ ਇਹੀ ਉਸ ਸਮੇਂ ਪਹਿਰਾਵਾ ਹੁੰਦਾ ਸੀ ਕਿ ਉਹ ਜਦੋਂ ਆਪਣੇ ਘਰ ਤੋਂ ਚੱਲਦੀਆਂ ਸੀ ਅਤੇ ਬੁਰਕਾ ਪਹਿਨ ਕੇ ਹੀ ਆਉਂਦੀਆਂ ਸੀ, ਕਿਉਂਕਿ ਚਾਹੇ ਉਹਨਾਂ ਦੀ ਅਸੀਂ ਧਾਰਮਿਕ ਮਾਨਤਾ ਦੀ ਗੱਲ ਕਰੀਏ ਜਾਂ ਇਹ ਕਹਿ ਲਈਏ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਨੇ, ਅਤੇ ਕਲਾਸ ਦੇ ਵਿੱਚ ਆ ਕੇ ਫਿਰ ਉਹਨਾਂ ਦੇ ਵੱਲੋਂ ਆਪਣਾ ਬੁਰਕਾ ਜਿਹੜਾ ਸੀ ਉਤਾਰ ਕੇ ਆਪਣੇ ਬੈਗ ਵਗੈਰਾ 'ਚ ਪਾ ਲਿਆ ਜਾਂਦਾ ਹੈ, ਔਰ ਹਿਜਾਬ ਜਿਹੜਾ ਉਸਨੂੰ ਪਹਿਨਿਆ ਰਹਿਣ ਦਿੰਦੇ ਨੇ। ਔਰ ਉਹਦੇ ਵਿੱਚ ਵੀ ਮੈਂ ਵੇਖਿਆ ਕਿ ਬਹੁਤ ਸਾਰੀਆਂ ਮੁਸਲਮਾਨ ਬੱਚੀਆਂ ਹਿਜਾਬ ਵੀ ਨਹੀਂ ਪਹਿਨਦੀਆਂ ਸੀ, ਕਈ ਪਹਿਨਦੀਆਂ ਵੀ ਨੇ, ਪਰ ਉਹਦੇ ਬਾਵਜੂਦ ਵੀ ਜਦੋਂ ਕਿਤੇ ਆਇਡੈਂਟੀਫਿਕੇਸ਼ਨ ਦੇ ਵਾਸਤੇ ਤਸਵੀਰ ਵਗੈਰਾ ਜਿਸ ਤਰ੍ਹਾਂ ਐਡਮਿਸ਼ਨ ਦੇ ਫਾਰਮ ਜਾਂਦੇ ਸੀ ਜਾਂ ਹੋਰ ਕੁਝ ਹੋਣਾ ਹੁੰਦਾ ਸੀ, ਤਾਂ ਉਹ ਬੱਚੀਆਂ ਜਿਹੜੀਆਂ ਸੀਗੀਆਂ ਆਮ ਬੱਚੀਆਂ ਦੇ ਵਾਂਗ ਹੀ ਆਪਣਾ ਚਿਹਰਾ ਨੰਗਾ ਕਰਕੇ ਜਿਹੜੀ ਆ ਉਹ ਤਸਵੀਰ ਖਿਚਾਉਂਦੀਆਂ ਸੀ। ਸੋ ਮੈਂ ਗੱਲ ਇਹ ਕਰ ਰਿਹਾ ਕਿ ਉਸ ਬੱਚੀ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਆਪਣੇ ਘਰ ਤੋਂ ਤਾਂ ਬੁਰਕਾ ਪਾ ਕੇ ਆਪਣੀ ਵਿੱਦਿਅਕ ਅਦਾਰੇ ਤੱਕ ਆਉਂਦੀ ਹਾਂ, ਅਤੇ ਕਲਾਸ ਦੇ ਵਿੱਚ ਆ ਕੇ ਮੈਂ ਬੁਰਕਾ ਉਤਾਰ ਲੈਂਦੀ ਸੀ ਅਤੇ ਹਿਜਾਬ ਪਹਿਨ ਲੈਂਦੀ ਸੀ, ਪਰ ਕਹਿੰਦੀ ਕਿ ਇਸ ਦਿਨ ਜਦੋਂ ਮੈਂ ਆਈ ਕਾਲਜ ਦੇ ਵਿੱਚ ਆਪਣੀ ਕੋਈ ਅਸਾਈਨਮੈਂਟ ਜਿਹੜੀ ਸੀ ਉਸ ਨੂੰ ਸਬਮਿਟ ਕਰਾਉਣ ਦੇ ਵਾਸਤੇ, ਤਾਂ ਉਸ ਵੇਲੇ ਬਾਹਰ ਜਿਹੜੇ ਇਹ ਕਹਿ ਸਕਦੇ ਹੋ ਕਿ ਭੜਕਾਊ ਭੀੜ ਦੇ ਰੂਪ ਦੇ ਵਿੱਚ ਖੜੇ ਹੋਏ ਵਿਦਿਆਰਥੀ ਸੀ, ਇਹਨਾਂ ਨੇ ਰੋਕ ਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਬੁਰਕਾ ਲਾ ਕੇ ਕਾਲਜ ਦੇ ਅੰਦਰ ਜਾਓ। ਸੋ ਕਹਿੰਦੀ ਫਿਰ ਜਦੋਂ ਮੈਂ ਇਸ ਗੱਲ ਤੋਂ ਇਨਕਾਰ ਕੀਤਾ ਤਾਂ ਇਹਨਾਂ ਦੇ ਵੱਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਧਾਰਮਿਕ ਨਾਅਰੇ। ਉਹਦੇ ਜਵਾਬ ਦੇ ਵਿੱਚ ਮੈਂ ਵੀ ਫਿਰ ਅੱਲਾਹੂ ਅਕਬਰ ਦਾ ਨਾਅਰਾ ਲਗਾਇਆ, ਜਿਹੜਾ ਤੁਸੀਂ ਸਾਰਾ ਜਿਹੜਾ ਉਹ ਮੀਡੀਆ ਦੇ ਵਿੱਚ ਵੇਖਿਆ ਹੈ। ਹੁਣ ਕੁਝ ਲੋਕ ਕਹਿੰਦੇ ਨੇ ਕਿ ਇਸ ਮੁੱਦੇ ਨੂੰ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ, ਤਾਂ ਮੇਰਾ ਸਵਾਲ ਇਹ ਹੈ ਕਿ ਜੇਕਰ ਇੱਕ ਧਿਰ ਧਾਰਮਿਕ ਨਾਅਰਾ ਲਗਾਉਂਦੀ ਹੈ ਤਾਂ ਉਸ ਦੇ ਉੱਪਰ ਸਾਡਾ ਕੋਈ ਪ੍ਰਤੀਕਰਮ ਨਹੀਂ, ਪਰ ਜੇ ਉਹਦੀ ਕਿਰਿਆ ਦੀ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਇੱਕ ਬੱਚੀ ਅੱਲਾਹੂ ਅਕਬਰ, ਜਾਂ ਮੈਂ ਸੋਚਦਾ ਕਿ ਉਹਦੀ ਜਗ੍ਹਾ ਦੇ ਉੱਪਰ ਕੋਈ ਸਿੱਖ ਬੱਚੀ ਹੁੰਦੀ ਤੇ ਉਸਨੂੰ ਕਿਸੇ ਧਾਰਮਿਕ ਮਨੌਤ ਤੋਂ ਰੋਕਿਆ ਜਾਂਦਾ ਤਾਂ ਉਹ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾ ਦਿੰਦੀ, ਤਾਂ ਇਹਦੇ ਵਿੱਚ ਦੋਸ਼ੀ ਕਿਹੜੀ ਧਿਰ ਹੈ? ਜੇਕਰ ਆਪਣੇ ਧਰਮ ਦੀ ਮਾਨਤਾ ਦੇ ਅਨੁਸਾਰ ਆਪਣੇ ਧਰਮ ਦਾ ਨਾਅਰਾ ਜਾਂ ਜੈਕਾਰਾ ਲਗਾਉਣਾ ਜਿਹੜਾ ਜੇਕਰ ਉਹ ਗੁਨਾਹ ਹੈ ਤਾਂ ਫਿਰ ਉਸ ਗੁਨਾਹ ਦੀ ਸ਼ੁਰੂਆਤ ਕੌਣ ਕਰ ਰਿਹਾ? ਪਹਿਲਾ ਸਵਾਲ ਤਾਂ ਇਹ ਹੈ। ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਦੇਸ਼ ਦੀ ਗੱਲ ਕਰਦੇ ਹਾਂ, ਇਹਦੇ 'ਚ ਧਰਮ ਨਿਰਪੱਖਤਾ ਦੀ ਗੱਲ ਕਰਦੇ ਹਾਂ, ਅਤੇ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਸਾਡੇ ਅੰਦਰ ਕਿਸੇ ਦੇ ਧਰਮ ਦੇ ਪ੍ਰਤੀ ਅਸਹਿਣਸ਼ੀਲਤਾ ਜਿਹੜੀ ਹੈ ਕਿ ਅਸੀਂ ਕਿਸੇ ਦੀਆਂ ਧਾਰਮਿਕ ਮਾਨਤਾਵਾਂ ਨੂੰ ਬਰਦਾਸ਼ਤ ਹੀ ਨਹੀਂ ਕਰ ਰਹੇ। ਵੇਖੋ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕਿਸੇ ਦੀ ਧਾਰਮਿਕ ਮਾਨਤਾ ਦੇ ਵਿੱਚ ਸ਼ਾਮਲ ਹੋਣਾ ਹੈ, ਪਰ ਹਰ ਇੱਕ ਨੂੰ ਆਪਣੀ ਮਾਨਤਾ ਜਿਹੜੀ ਹੈ ਉਹਦੇ ਆਧਾਰਿਤ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ। ਔਰ ਜੇਕਰ ਅਸੀਂ ਇਸ ਤਰ੍ਹਾਂ ਦਾ ਸਹਿਣਸ਼ੀਲਤਾ ਵਾਲਾ ਮਾਹੌਲ ਪੈਦਾ ਕਰਾਂਗੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਨੁਕਸਾਨ ਕਿਸੇ ਇੱਕ ਧਿਰ ਨੂੰ ਨਹੀਂ ਹੁੰਦਾ, ਸਾਰਿਆਂ ਨੂੰ ਹੁੰਦਾ ਹੈ। ਔਰ ਖਾਸ ਕਰਕੇ ਧਾਰਮਿਕ ਤੌਰ 'ਤੇ ਵੰਡੀਆਂ ਵਾਲਾ ਜੇਕਰ ਮਾਹੌਲ ਪੈਦਾ ਹੋਵੇਗਾ ਤਾਂ ਇਸ ਦੇਸ਼ ਦੇ ਰਾਜਨੀਤਿਕ ਨੇਤਾਵਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਸ ਏਸ਼ੀਆ ਦੇ ਖਿੱਤੇ ਦੇ ਵਿੱਚ ਦੇਸ਼ਾਂ ਦਾ ਧਾਰਮਿਕ ਤੌਰ 'ਤੇ ਔਰ ਕਹਿ ਸਕਦੇ ਹੋ ਕਿ ਕੁਛ ਆਪਣੇ ਆਰਥਿਕ ਮੁੱਦਿਆਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਧਰੁਵੀਕਰਨ ਹੁੰਦਾ ਜਾ ਰਿਹਾ ਹੈ, ਉਹ ਸਾਰਾ ਇਸ ਦੇਸ਼ ਦੇ ਭਵਿੱਖ ਦੇ ਵਾਸਤੇ ਬਹੁਤ ਜਿਹੜਾ ਉਹ ਖਤਰਨਾਕ ਸਾਬਤ ਹੋਵੇਗਾ। ਸੋ ਦੂਸਰੀ ਗੱਲ ਇਹ ਹੈ ਕਿ ਉਸ ਬੱਚੀ ਨੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਟੀਚਰਸ ਨੇ, ਮੇਰੇ ਪ੍ਰਿੰਸੀਪਲ ਨੇ ਜਾਂ ਕੁਝ ਵਿਦਿਆਰਥੀ ਔਰ ਵਿਦਿਆਰਥੀ ਜਥੇਬੰਦੀਆਂ ਨੇ ਮੇਰਾ ਸਾਥ ਵੀ ਬਹੁਤ ਦਿੱਤਾ। ਸੋ ਇਹ ਮੈਂ ਇਸ ਘਟਨਾ ਨੂੰ ਇਸ ਕਰਕੇ ਸਾਂਝਾ ਕੀਤਾ ਕਿ ਇਸ ਘਟਨਾ ਤੋਂ ਬਾਅਦ ਇਹ ਮਸਲਾ ਮੀਡੀਆ ਦਾ ਇੱਕ ਤਰ੍ਹਾਂ ਦੇ ਨਾਲ ਸੁਰਖੀਆਂ ਬਣ ਗਈਆਂ, ਸ਼ਿੰਗਾਰ ਬਣ ਗਿਆ। ਭਾਵੇਂ ਕਿ ਇਹ ਮਸਲਾ ਆਰੰਭ ਤਾਂ ਉਸ ਵੇਲੇ ਹੋ ਗਿਆ ਸੀ ਜਦੋਂ ਕਰਨਾਟਕਾ ਦੇ ਉਡੀਪੀ ਜ਼ਿਲ੍ਹੇ ਦੇ ਵਿੱਚ 1 ਜਨਵਰੀ ਨੂੰ 6 ਵਿਦਿਆਰਥਣਾਂ ਜਿਹੜੀਆਂ ਕਾਲਜ ਦੇ ਵਿੱਚ ਹਿਜਾਬ ਪਹਿਨ ਕੇ ਆਈਆਂ ਸੀ ਤੇ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਸੀ। ਉੱਥੋਂ ਦੀਆਂ ਸਥਾਨਕ ਅਖਬਾਰਾਂ ਦੇ ਵਿੱਚ ਇਹ ਜਿਹੜਾ ਮਸਲਾ ਸੀ ਉਦੋਂ ਵੀ ਆ ਗਿਆ ਸੀ। ਉਸ ਤੋਂ ਜਦੋਂ ਉਹਨਾਂ ਬੱਚੀਆਂ ਨੇ ਕਿਹਾ ਕਿ ਨਹੀਂ, ਅਸੀਂ ਹਿਜਾਬ ਪਹਿਨ ਕੇ ਹੀ ਆਪਣੀ ਕਹਿ ਸਕਦੇ ਹੋ ਕਲਾਸ ਦੇ ਵਿੱਚ ਜਾਂ ਜਮਾਤ ਦੇ ਵਿੱਚ ਜਾਵਾਂਗੀਆਂ, ਤਾਂ ਕਾਲਜ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਯੂਨੀਫਾਰਮ ਕੋਡ ਜਿਹੜਾ ਉਸ ਦਾ ਹਵਾਲਾ ਦੇ ਕੇ ਹਿਜਾਬ ਉਤਾਰਨ ਦੇ ਵਾਸਤੇ ਕਿਹਾ ਸੀ। ਸੋ ਉੱਥੋਂ ਦੀਆਂ ਸਥਾਨਕ ਅਖਬਾਰਾਂ ਦੇ ਵਿੱਚ ਇਹ ਮੁੱਦਾ ਜਿਹੜਾ ਉਹ ਸਾਹਮਣੇ ਆਇਆ ਸੀ। ਉਸ ਤੋਂ ਬਾਅਦ ਇਸੇ ਹੀ ਪ੍ਰਾਂਤ ਦੇ ਕੰਦਾਪੁਰਾ ਦੇ ਵਿੱਚ 28 ਵਿਦਿਆਰਥਣੀਆਂ ਨੂੰ ਹਿਜਾਬ, ਜਿਹੜੀਆਂ ਵਿਦਿਆਰਥਣਾਂ ਸੀਗੀਆਂ,
ਉਹਨਾਂ ਨੂੰ ਹਿਜਾਬ ਪਾ ਕੇ ਕਲਾਸ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਹਦੇ ਨਾਲ ਕੀ ਹੋਇਆ ਕਿ ਇਸ ਤੋਂ ਬਾਅਦ ਜਿਹੜੀਆਂ ਮੁਸਲਿਮ ਧਰਮ ਨਾਲ ਸੰਬੰਧਿਤ ਵਿਦਿਆਰਥਣਾਂ ਸੀ, ਉਹਨਾਂ ਨੇ ਇਸ ਮੁੱਦੇ ਨੂੰ ਥੋੜਾ ਸਰਗਰਮੀ ਦੇ ਨਾਲ ਉਠਾਉਣਾ ਸ਼ੁਰੂ ਕੀਤਾ ਤੇ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਸੀ ਉਹ ਵੀ ਉਹਨਾਂ ਦੀ ਪਿੱਠ ਦੇ ਉੱਪਰ ਆ ਗਈਆਂ। ਉਹਦੇ ਨਾਲ ਕਿਤੇ ਨਾ ਕਿਤੇ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਜਿਹੜਾ ਉਹ ਮਾਹੌਲ ਗਰਮ ਹੋਣ ਲੱਗਾ ਤੇ ਉਸ ਸਮੇਂ ਉੱਥੋਂ ਦੇ ਮੁੱਖ ਮੰਤਰੀ ਜਿਹੜਾ ਸੀਗਾ ਬਸਵਰਾਜ ਬੰਬਈ, ਉਸਨੇ 3 ਦਿਨਾਂ ਦੇ ਵਾਸਤੇ ਫਿਰ ਜਿਹੜੇ ਸੀਗੇ ਵਿਦਿਅਕ ਅਦਾਰੇ ਹੁਣ ਬੰਦ ਕਰ ਦਿੱਤੇ। ਭਾਵ ਕਿ ਜਿਹੜੀ ਖਬਰ ਆ 6-7 ਜਨਵਰੀ ਨੂੰ ਮੀਡੀਆ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸ਼ਿੰਗਾਰ ਬਣਦੀ ਹੈ, 6-7 ਫਰਵਰੀ ਨੂੰ ਮਾਫ ਕਰਨਾ, ਉਹਦੀ ਜਿਹੜੀ ਆਰੰਭਤਾ ਹੈ ਉਹ ਤਕਰੀਬਨ 1 ਜਨਵਰੀ ਤੋਂ ਹੌਲੀ ਹੌਲੀ ਹੋ ਚੁੱਕੀ ਸੀ। ਜੇ ਮੈਂ ਦੂਜੇ ਸ਼ਬਦਾਂ ਦੇ ਚ ਕਹਾਂ ਕਿ ਜਿਹੜਾ ਅੱਗ ਦਾ ਭਾਂਬੜ ਜਿਹਦੇ ਦੌਰਾਨ ਉਸ ਇਲਾਕੇ ਦੇ ਵਿੱਚ ਦਫਾ 144 ਵੀ ਲਾਉਣੀ ਪਈ, ਸਾਰਾ ਮਸਲਾ ਜਿਹੜਾ ਹਾਈ ਕੋਰਟ ਦੇ ਵਿੱਚ ਹੀ ਚਲਾ ਗਿਆ, ਇਹ ਜਿਹੜਾ ਅੱਗ ਦਾ ਭਾਂਬੜ ਜਿਹੜਾ ਸਾਨੂੰ ਹੁਣ ਨਜ਼ਰ ਆ ਰਿਹਾ ਹੈ, ਇਹ ਤਕਰੀਬਨ 2 ਮਹੀਨੇ ਤੋਂ ਹੌਲੀ ਹੌਲੀ ਉੱਥੇ ਸੁਲਗ ਰਿਹਾ ਸੀ। ਸੋ ਬੇਸ਼ੱਕ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੁੱਦਾ ਹੈ, ਇਹਦੀ ਆਰੰਭਤਾ ਤਾਂ ਵੈਸੇ ਇਸ ਚੀਜ਼ ਦੇ ਨਾਲ ਹੁੰਦੀ ਹੈ ਜਦੋਂ ਕਰਨਾਟਕ ਸਰਕਾਰ ਦੇ ਵੱਲੋਂ ਕਰਨਾਟਕ ਐਜੂਕੇਸ਼ਨ ਐਕਟ 1983 ਦੀ ਜਿਹੜੀ ਧਾਰਾ 133 ਹੈ, ਉਹਦੇ ਵਿੱਚ ਸਕੂਲਾਂ ਦੇ ਵਿੱਚ ਤੇ ਕਾਲਜਾਂ ਦੇ ਵਿੱਚ, ਸਕੂਲਾਂ ਦੇ ਵਿੱਚ ਤਾਂ ਪਹਿਲਾਂ ਵੀ ਸੀ ਖੈਰ, ਕਾਲਜਾਂ ਦੇ ਵਿੱਚ ਇੱਕ ਯੂਨੀਫਾਰਮ ਜਿਹੜੀ ਆ ਉਹ ਨਿਰਧਾਰਿਤ ਕਰ ਦਿੱਤੀ। ਉਹਦੇ ਵਾਸਤੇ ਉਹਨਾਂ ਨੇ ਸਰਕਾਰੀ ਜਿਹੜੇ ਕਾਲਜ ਸੀ ਉਹਨਾਂ ਨੂੰ ਇਹ ਆਦੇਸ਼ ਦਿੱਤੇ ਕਿ ਉੱਥੇ ਜਿਹੜਾ ਯੂਨੀਫਾਰਮ ਕੋਡ ਇੱਕ ਹੀ ਹੋਵੇਗਾ ਤੇ ਜਿਹੜੇ ਪ੍ਰਾਈਵੇਟ ਕਾਲਜ ਨੇ ਉਹਨਾਂ ਦੇ ਵਿੱਚ ਯੂਨੀਫਾਰਮ ਤਾਂ ਜ਼ਰੂਰੀ ਹੈ, ਪਰ ਉਹ ਯੂਨੀਫਾਰਮ ਦਾ ਜਿਹੜਾ ਰੰਗ ਜਾਂ ਫਿਰ ਕਹਿ ਸਕਦੇ ਹੋ ਕਿ ਉਹਦਾ ਡਿਜ਼ਾਈਨ ਥੋੜਾ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਕਰ ਸਕਦੇ ਆ। ਔਰ ਇਸੇ ਨੂੰ ਆਧਾਰ ਬਣਾ ਕੇ ਹੀ ਕਾਲਜਾਂ ਦੇ ਵਿੱਚ ਜਿਹੜੀਆਂ ਇਸਲਾਮ ਨਾਲ ਸੰਬੰਧਿਤ ਬੱਚੀਆਂ ਹਿਜਾਬ ਪਾ ਕੇ ਆਉਂਦੀਆਂ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ। ਮਸਲਾ ਚੱਲਦਾ ਚੱਲਦਾ ਤੁਸੀਂ ਵੀ ਵੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਹਾਈ ਕੋਰਟ ਦੇ ਵਿੱਚ ਇਹ ਮਸਲਾ ਬੇਸ਼ੱਕ ਅੱਜ ਦੀ ਤਾਰੀਖ ਤੱਕ, ਭਾਵ ਕਿ ਅੱਜ ਹਾਈ ਕੋਰਟ ਨੇ ਇਹ ਗੱਲ ਕਹਿ ਦਿੱਤੀ ਕਿ ਜਿੰਨਾ ਚਿਰ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ, ਭਾਵ ਕਿ ਸਾਡੇ ਵੱਲੋਂ ਕੋਈ ਫੈਸਲਾ ਨਹੀਂ ਦਿੱਤਾ ਜਾਂਦਾ, ਉਹਨਾਂ ਚਿਰ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਧਾਰਮਿਕ ਚਿੰਨ੍ਹ ਪਹਿਨ ਕੇ ਕੋਈ ਵਿਦਿਆਰਥੀ ਜਾਂ ਕੋਈ ਬੱਚੀ ਹਿਜਾਬ ਪਾ ਕੇ ਕਿਸੇ ਵਿਦਿਅਕ ਅਦਾਰੇ ਦੇ ਵਿੱਚ ਨਾ ਆਵੇ। ਇਹਦੇ ਨਾਲ ਮੈਨੂੰ ਲੱਗਦਾ ਹੋਵੇਗਾ ਇਹ ਕਿ ਜਿਹੜੀਆਂ ਬੱਚੀਆਂ ਆਪਣੇ ਧਰਮ ਪ੍ਰਤੀ ਮਾਨਤਾਵਾਂ ਦੇ ਵਿੱਚ ਜ਼ਿਆਦਾ ਬੱਝੀਆਂ ਹੋਈਆਂ ਨੇ, ਉਹ 2-3 ਦਿਨ ਜਾਂ ਇਸ ਫੈਸਲੇ ਦੇ ਆਉਣ ਤੱਕ ਉਹ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਨਹੀਂ ਜਾਣਗੀਆਂ। ਪਰ ਜਿਸ ਤਰ੍ਹਾਂ ਦੇ ਨਾਲ ਇਸ ਮਸਲੇ ਦੀ ਆਰੰਭਤਾ ਹੋਈ, ਤੁਹਾਨੂੰ ਮੈਂ ਇੱਕ ਹੋਰ ਵੀ ਗੱਲ ਸਾਂਝੀ ਕਰਾਂ ਕਿ 1 ਜਨਵਰੀ ਨੂੰ ਤਾਂ ਜਦੋਂ ਬੱਚੀਆਂ ਨੂੰ ਹਿਜਾਬ ਪਾ ਕੇ ਆਪਣੀਆਂ ਕਲਾਸਾਂ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ, ਬਿਲਕੁਲ ਉਸੇ ਤੋਂ ਪਹਿਲਾਂ ਹੀ ਇੱਕ ਸਾਧਵੀ ਸਰਸਵਤੀ ਜਿਹੜੀ ਹੈ ਉਸਨੇ ਬਕਾਇਦਾ ਉਸੇ ਜ਼ਿਲ੍ਹੇ ਦੇ ਵਿੱਚ, ਜਿਸ ਜ਼ਿਲ੍ਹੇ ਦੇ ਕਾਲਜ ਦੀ ਇਹ ਘਟਨਾ ਹੈ, ਉਹਦੇ ਵਿੱਚ ਇੱਕ ਭਾਸ਼ਣ ਵੀ ਦਿੱਤਾ ਸੀ। ਉਹ ਸ਼ਾਇਦ ਸੋਸ਼ਲ ਮੀਡੀਆ ਦੇ ਉੱਪਰ ਪਿਆ ਵੀ ਹੈਗਾ ਤੇ ਉੱਥੇ ਉਸਨੇ ਬਹੁਤ ਸਾਰਾ ਲੋਕਾਂ ਨੂੰ ਉਕਸਾਇਆ ਸੀ ਕਿ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ, ਫੋਨ, ਕਾਰ, ਇਹ ਚੀਜ਼ਾਂ ਜਿੰਨੀਆਂ ਨੇ ਇਹ ਭਾਵੇਂ ਨਾ ਰੱਖੋ, ਪਰ ਆਪਣੇ ਘਰਾਂ ਦੇ ਵਿੱਚ ਤਲਵਾਰਾਂ ਜ਼ਰੂਰ ਰੱਖੋ। ਜੇਕਰ ਕੋਈ ਵੀ ਵਿਅਕਤੀ ਗਊ ਵੱਧ ਦਾ, ਭਾਵ ਕਿ ਗਊ ਹੱਤਿਆ ਦਾ ਯਤਨ ਕਰਦਾ ਹੈ ਤੇ ਤੁਸੀਂ ਉਸ ਨੂੰ ਗਊ ਹੱਤਿਆ ਜਾਂ ਗਊ ਤੋਂ ਰੱਖਿਆ ਕਰਨ ਦੇ ਵਾਸਤੇ ਤਲਵਾਰ ਦੀ ਵਰਤੋਂ ਕਰੋ, ਉਹ ਤੁਹਾਡੇ ਵਾਸਤੇ ਜਾਇਜ਼ ਹੈ। ਸੋ ਕਹਿਣ ਤੋਂ ਭਾਵ ਹੈ ਕਿ ਉਸ ਮੁਸਲਮਾਨ ਜਿਹੜੀ ਸੰਖਿਆ ਵਾਲੇ ਇਲਾਕੇ ਦੇ ਵਿੱਚ ਜਾਂ ਮੁਸਲਮਾਨ ਵਸੋਂ ਵਾਲੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਬਿਆਨ ਆਉਣੇ ਸ਼ੁਰੂ ਹੋ ਗਏ ਸੀ। ਤਕਰੀਬਨ ਥੋੜਾ ਤਾਂ ਉਦੋਂ ਹੀ ਲੱਗ ਰਿਹਾ ਸੀ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਜਿਹੜਾ ਮਸਲਾ ਹੈ ਇਹ ਹੌਲੀ ਹੌਲੀ ਕੋਈ ਹੋਰ ਹੀ ਰੂਪ ਲੈ ਜਾਵੇਗਾ, ਜਿਹੜਾ ਹੁਣ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਿੰਸਕ ਪ੍ਰਦਰਸ਼ਨਾਂ ਦਾ ਰੂਪ ਲੈਂਦਾ ਜਾ ਰਿਹਾ ਹੈ। ਸੋ ਜੇਕਰ ਹਾਈ ਕੋਰਟ ਦੇ ਵਿੱਚ ਹੁਣ ਥੋੜੀ ਮਸਲੇ ਦੀ ਗੱਲ ਕਰੀਏ ਤਾਂ ਹਾਈ ਕੋਰਟ ਦੇ ਵਿੱਚ ਜਿਹੜੀ ਧਿਰ ਕਹਿ ਰਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਚਿੰਨ੍ਹ ਨਹੀਂ ਪਾ ਕੇ ਆਉਣਾ ਚਾਹੀਦਾ, ਉਹਨਾਂ ਨੇ ਇਹ ਸਵਾਲ ਵੀ ਕੀਤਾ ਹੈ ਕਿ ਕੀ ਇਸਲਾਮ ਦੇ ਵਿੱਚ ਕੋਈ ਉਹਨਾਂ ਦੀ ਧਾਰਮਿਕ ਕਿਤਾਬ ਦੇ ਵਿੱਚ ਜਾਂ ਉਹਨਾਂ ਦੇ ਕਿਸੇ ਧਾਰਮਿਕ ਲਿਟਰੇਚਰ ਜਾਂ ਫਿਰ ਉਹਨਾਂ ਦੇ ਧਰਮ ਨਾਲ ਸੰਬੰਧਿਤ ਜਿਹੜੀ ਮਰਿਆਦਾ ਜਾਂ ਜਿਸ ਨੂੰ ਅਸੀਂ ਤਲੀਮੁਲ ਇਸਲਾਮ ਕਹਿੰਦੇ ਹਾਂ, ਉਹਨਾਂ ਦੀ ਇਸਲਾਮ ਦੀ ਤਾਲੀਮ ਦੇ ਵਿੱਚ ਕੋਈ ਇਵੇਂ ਦਾ ਵਿਧਾਨ ਹੈ ਕਿ ਬੱਚੀਆਂ ਨੇ ਆਪਣੇ ਹਿਜਾਬ ਦੇ ਨਾਲ ਜਾਂ ਬੁਰਕੇ ਦੇ ਨਾਲ ਆਪਣੇ ਆਪ ਨੂੰ ਢੱਕ ਕੇ ਰੱਖਣਾ। ਤਾਂ ਉਹਦੇ ਜਵਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ ਜਿਹੜੇ ਦੂਸਰੀ ਧਿਰ ਦਾ ਵਕੀਲ ਹੈ ਉਸਨੇ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚੋਂ ਸੂਰਾ ਨੂਰ ਜਿਹੜੀ ਹੈ ਉਹਦੇ ਵਿੱਚ ਜਿਹੜੀ ਇੱਕ ਆਇਤ ਦਾ ਹਵਾਲਾ ਦੇ ਕੇ ਬਕਾਇਦਾ ਇਹ ਗੱਲ ਕਹੀ ਹੈ ਕਿ ਉਸ ਆਇਤ ਦੇ ਵਿੱਚ
ਬਕਾਇਦਾ ਇਹ ਜਿਹੜਾ ਔਰਤਾਂ ਨੂੰ ਇੱਕ ਤਰ੍ਹਾਂ ਦੇ ਨਾਲ ਹੁਕਮ ਜਾਂ ਆਦੇਸ਼ ਕਹਿ ਲਓ ਕਿ ਜਾਰੀ ਕੀਤਾ ਗਿਆ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਪਾਕ ਦਾਮਨ ਰੱਖਣ ਦੇ ਵਾਸਤੇ ਪਰਾਏ ਮਰਦਾਂ ਦੀ ਨਿਗਾਹ ਤੋਂ ਬਚ ਕੇ ਰਹਿਣਾ। ਵੈਸੇ ਆਇਤ ਤਾਂ ਕਾਫੀ ਵੱਡੀ ਹੈ, ਉਨੀ ਵੱਡੀ ਐਕਸਪਲੇਨ ਕਰਨ ਦੀ ਲੋੜ ਨਹੀਂ, ਪਰ ਕਹਿਣ ਤੋਂ ਭਾਵ ਇਹ ਹੈ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਆਪਣੇ ਜਿਸਮ ਦੀ ਜਾਂ ਆਪਣੇ ਇੱਥੋਂ ਤੱਕ ਕਿ ਤਨ ਦੇ ਉੱਪਰ ਪਾਏ ਹੋਏ ਗਹਿਣਿਆਂ ਦੀ ਨੁਮਾਇਸ਼ ਹੈ ਜਿਹੜੀ ਉਹ ਵੀ ਕਿਸੇ ਪਰਾਏ ਮਰਦ ਦੇ ਸਾਹਮਣੇ ਨਹੀਂ ਕਰਨੀ। ਖੈਰ ਇਹ ਉਹਨਾਂ ਦੇ ਧਾਰਮਿਕ ਅਕੀਦੇ ਦੇ ਵਿੱਚ ਹੋ ਸਕਦਾ ਹੈ, ਫਜ਼ਾਲੇ ਅਮਾਲ ਦੇ ਵਿੱਚੋਂ ਜਾਂ ਆਪਣੀ ਹਦੀਸ ਦੇ ਵਿੱਚੋਂ ਜਾਂ ਫਿਰ ਫਜ਼ਾਨੇ ਸੁਨਨਤ ਦੇ ਵਿੱਚੋਂ, ਤਲੀਮੁਲ ਇਸਲਾਮ ਦੇ ਵਿੱਚੋਂ, ਉਹ ਹੋਰ ਵੀ ਕਈ ਹਵਾਲੇ ਦੇ ਸਕਦੇ ਜਿਨ੍ਹਾਂ ਦੇ ਬਾਰੇ ਅਸੀਂ ਉਸ ਧਰਮ ਦੇ ਨਾਲ ਸੰਬੰਧ ਨਾ ਰੱਖਦੇ ਹੋਣ ਕਰਕੇ ਨਾ ਜਾਣਦੇ ਹੋਈਏ। ਪਰ ਵੇਖੋ ਇੱਕ ਗੱਲ ਤਾਂ ਬੜੀ ਅਹਿਮ ਹੈ ਕਿ ਇਹ ਜਿਸ ਤਰ੍ਹਾਂ ਦਾ ਮੁੱਦਾ ਬਣਾ ਦਿੱਤਾ ਗਿਆ ਉਵੇਂ ਦਾ ਹੈ ਨਹੀਂ, ਔਰ ਉਹਦੇ ਵਿੱਚ ਉਹ ਲੋਕ ਮੇਰੇ ਖਿਆਲ ਦੇ ਨਾਲ ਜ਼ਿਆਦਾ ਦੋਸ਼ੀ ਨੇ ਜਿਨ੍ਹਾਂ ਨੇ ਬੱਚੀਆਂ ਨੂੰ ਹਿਜਾਬ ਪਾ ਕੇ ਆਉਣ ਤੋਂ ਰੋਕਿਆ। ਕਿਉਂਕਿ ਮੈਨੂੰ ਤਾਂ ਇੰਝ ਲੱਗਦਾ ਹੈ ਕਿ ਜੇਕਰ ਇਸ ਮੁੱਦੇ ਦਾ ਤੁਸੀਂ ਇੱਕ ਪ੍ਰਯੋਗਿਕ ਰੂਪ ਵੇਖੋ ਤਾਂ ਹਿਜਾਬ ਚਿਹਰੇ ਨੂੰ ਓਨਾ ਕੀ ਢੱਕਦਾ ਹੈ ਜਿੰਨਾ ਕੁ ਅਸੀਂ ਮਾਸਕ ਪਾਉਂਦੇ ਹਾਂ। ਅਤੇ ਮੇਰੇ ਖਿਆਲ ਦੇ ਨਾਲ ਪਿਛਲੇ 2 ਸਾਲਾਂ ਨੂੰ ਤਾਂ ਸਾਰੇ 2 ਸਾਲ ਹੋ ਗਏ ਨੇ ਸਾਰਾ ਵਿਸ਼ਵ ਹੀ ਹਿਜਾਬ ਪਾਈ ਫਿਰਦਾ ਹੈ, ਔਰ ਸਰਕਾਰਾਂ ਜਿਹੜੀਆਂ ਸੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰ ਬੰਦੇ ਨੂੰ ਜੁਰਮਾਨਾ ਕਰਦੀਆਂ ਸੀ, ਗੱਡੀ ਨਹੀਂ ਸੀ ਚਲਾਉਣ ਦਿੰਦੀਆਂ ਕਿ ਹਰ ਬੰਦੇ ਨੇ ਮਾਸਕ ਪਾਉਣਾ ਹੈ, ਅਤੇ ਉਹ ਵੀ ਤਾਂ ਹਿਜਾਬ ਹੀ ਸੀ ਜੇ ਵੇਖਿਆ ਜਾਵੇ ਤਾਂ। ਉਹ ਤਾਂ ਮਰਦਾਂ ਦੇ ਵੀ ਚਿਹਰੇ ਢੱਕੇ ਹੋਏ ਸੀ, ਅਤੇ ਜੇਕਰ ਹੁਣ ਇਸਲਾਮ ਧਰਮ ਦੀ ਬੱਚੀ ਜਿਹੜੀ ਹੈ ਉਹ ਕਹਿੰਦੀ ਹੈ ਕਿ ਮੈਂ ਹਿਜਾਬ ਪਹਿਨ ਕੇ ਸਕੂਲੇ ਆਉਣਾ, ਅਤੇ ਅਸੀਂ ਇੰਨੇ ਜ਼ਿਆਦਾ ਅਸਹਿਣਸ਼ੀਲ ਹੁੰਦੇ ਜਾ ਰਹੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਿਸੇ ਦੀ ਜਿਹੜੀ ਧਰਮ ਦੀ ਮਰਿਆਦਾ ਅਸੀਂ ਉਸ ਨੂੰ ਉਸਦੇ ਦਾਇਰੇ ਦੇ ਵਿੱਚ ਨਹੀਂ ਰਹਿਣ ਦੇਣਾ। ਸੋ ਇਸ ਕਰਕੇ ਇਹ ਸਾਰੇ ਨੂੰ ਸਮਝਣ ਦੀ ਲੋੜ ਹੈ। ਹੁਣ ਮੈਂ ਉਸ ਗੱਲ ਦੇ ਉੱਪਰ ਆਉਣਾ ਹੈ ਕਿ ਰਾਜ ਕਿਵੇਂ, ਕਿਉਂਕਿ ਅਕਸਰ ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖ ਰਾਜ ਲੈਣਾ ਜਾਣਦੇ, ਰਾਜ ਕਰਨਾ ਨਹੀਂ ਜਾਣਦੇ, ਪਰ ਇਹ ਗੱਲ ਬਿਲਕੁਲ ਗਲਤ ਹੈ। ਸਾਡੀ ਮਾਨਸਿਕ ਸੱਤਾ ਦੇ ਉੱਪਰ ਇੱਕ ਤਰ੍ਹਾਂ ਦੇ ਨਾਲ ਕਹਿ ਸਕਦੇ ਕਿ ਬੌਧਿਕ ਪੱਧਰ ਦੇ ਉੱਪਰ ਸਾਨੂੰ ਕੰਗਾਲ ਕਰਨ ਦੇ ਵਾਸਤੇ ਇਹ ਮੁਹਾਵਰਾ ਜਾਂ ਬਿਰਤਾਂਤ ਜਿਹੜਾ ਉਹ ਸਿਰਜਿਆ ਗਿਆ ਹੈ। ਅਸਲੀਅਤ ਤਾਂ ਇਹ ਹੈ ਕਿ ਸਿੱਖਾਂ ਵਰਗਾ ਰਾਜ ਕੋਈ ਕਰਦਾ ਹੀ ਨਹੀਂ। ਹੁਣ ਮੈਂ ਤੁਹਾਨੂੰ ਮਿਸਾਲ ਥੋੜ੍ਹੀ ਜਿਹੀ ਦਿੰਦਾ। ਰੋਹਤਾਸ ਦੇ ਕਿਲ੍ਹੇ ਦੇ ਵਿੱਚ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਨੇ ਕਬਜ਼ਾ ਕੀਤਾ ਤਾਂ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਚਾਚਾ ਸੀ ਉਹ ਸਿੰਘਾਂ ਦੇ ਹੱਥ ਆ ਗਿਆ, ਅਤੇ ਉਸਨੇ ਸੋਚਿਆ ਕਿ ਜਿਸ ਤਰ੍ਹਾਂ ਸਾਡੇ ਲੋਕ ਜਾਂ ਜਿਸ ਤਰ੍ਹਾਂ ਦੇ ਆਮ ਜਿਹੜੇ ਹੁੰਦੇ ਨੇ ਇਸ ਤਰ੍ਹਾਂ ਦੇ ਨਾਲ ਮੈਦਾਨੇ ਜੰਗ 'ਚ ਜੂਝਣ ਵਾਲੇ ਲੋਕ, ਉਹ ਬਹੁਤ ਛੇਤੀ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰਾਈ ਔਰਤ ਜਿਹੜੀ ਉਸ ਦੇ ਉੱਪਰ ਮੋਹਿਤ ਵੀ ਹੋ ਜਾਂਦੇ ਨੇ, ਅਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੇ ਤੋਂ ਪ੍ਰਭਾਵਿਤ ਵੀ ਹੋ ਜਾਂਦੇ ਨੇ। ਸੋ ਉਸ ਨੇ ਸਰਦਾਰ ਚੜ੍ਹਤ ਸਿੰਘ ਦੇ ਦਰਬਾਰ ਦੇ ਵਿੱਚ ਆਪਣੇ ਹਰਮ ਦੇ ਵਿੱਚੋਂ ਕੁਝ ਔਰਤਾਂ ਭੇਜੀਆਂ, ਅਤੇ ਸਰਦਾਰ ਚੜ੍ਹਤ ਸਿੰਘ ਦਾ ਉਹਨਾਂ ਔਰਤਾਂ ਨੂੰ ਪਹਿਲਾ ਜਿਹੜਾ ਉਹ ਸਵਾਲ ਹੀ ਇਹ ਸੀ ਕਿ ਬੱਚਿਓ ਤੁਸੀਂ ਇੱਕ ਸਰਦਾਰ ਦੇ ਦਰਬਾਰ ਦੇ ਵਿੱਚ ਆਈਆਂ ਹੋ, ਸਭ ਤੋਂ ਪਹਿਲਾਂ ਆਪਣੇ ਧਾਰਮਿਕ ਅਕੀਦੇ ਦੇ ਮੁਤਾਬਕ ਆਪਣੇ ਜਿਹੜੇ ਚਿਹਰੇ ਨੇ ਉਹ ਢੱਕ ਲਓ। ਫਿਰ ਉਸ ਤੋਂ ਬਾਅਦ ਜੇਕਰ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਨਗਰ ਦੇ ਕੁਛ ਹਿੰਦੂ ਅਤੇ ਸਿੱਖ ਵੀਰਾਂ ਨੇ ਇਹ ਸ਼ਿਕਾਇਤ ਕੀਤੀ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਦਰਬਾਰ ਦੇ ਵਿੱਚ ਆ ਕੇ ਕਿ ਸਵੇਰੇ ਜਦੋਂ ਫਜਰ ਦੀ ਨਮਾਜ਼ ਦੇ ਵੇਲੇ ਮੁਸਲਮਾਨ ਵੀਰ ਅਜ਼ਾਨ ਦਿੰਦੇ ਨੇ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਬਾਂਗ ਦਿੰਦੇ ਨੇ, ਤਾਂ ਉਸ ਵੇਲੇ ਸਾਡੀ ਨੀਂਦ ਖੁੱਲ੍ਹ ਜਾਂਦੀ ਹੈ। ਇਹਨਾਂ ਦੀ ਅਜ਼ਾਨ ਦੇਣੀ ਜਿਹੜੀ ਨਮਾਜ਼ ਤੋਂ ਪਹਿਲਾਂ ਉਹ ਬੰਦ ਕਰੋ। ਅਤੇ ਸ਼ੇਰੇ ਪੰਜਾਬ ਨੇ ਬੜਾ ਵਧੀਆ ਫੈਸਲਾ ਦਿੱਤਾ ਸੀ ਕਿ ਉਹ ਆਪਣੇ ਭਰਾਵਾਂ ਨੂੰ ਆਪਣੇ ਧਰਮ ਦੀ ਮਰਿਆਦਾ ਦੇ ਅਨੁਸਾਰ ਖੁਦਾ ਦੀ ਬੰਦਗੀ ਦੇ ਵਿੱਚ ਜੁੜਨ ਦੇ ਵਾਸਤੇ ਜਗਾਉਂਦੇ ਨੇ। ਮੈਂ ਕੱਲ੍ਹ ਤੋਂ ਹੀ ਉਹਨਾਂ ਦੀ ਅਜ਼ਾਨ ਬੰਦ ਕਰਾ ਦਿੰਦਾ, ਪਰ ਤੁਸੀਂ ਘਰ ਘਰ ਜਾ ਕੇ ਉਹਨਾਂ ਨੂੰ ਜਗਾਉਣ ਦੀ ਜਿਹੜੀ ਜ਼ਿੰਮੇਵਾਰੀ ਜਾਂ ਡਿਊਟੀ ਸੰਭਾਲ ਲਓ। ਸੋ ਉਸੇ ਵੇਲੇ ਉਹਨਾਂ ਨੇ ਮਾਫੀ ਮੰਗ ਲਈ ਸੀ, ਨਹੀਂ ਜੀ ਇਹ ਕੰਮ ਤਾਂ ਅਸੀਂ ਨਹੀਂ ਕਰ ਸਕਦੇ। ਇਸੇ ਤਰ੍ਹਾਂ ਸ਼੍ਰੀਨਗਰ ਦੇ ਇਲਾਕੇ ਦੇ ਵਿੱਚ ਹਿੰਦੂ ਬਹੁ ਗਿਣਤੀ ਵਾਲੇ ਇਲਾਕੇ ਦੇ ਲੋਕਾਂ ਵਿੱਚੋਂ ਆ ਕੇ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਕੁਛ ਮੁਸਲਮਾਨ ਲੋਕ ਇੱਥੇ ਗਊ ਹੱਤਿਆ ਕਰਦੇ ਨੇ, ਅਤੇ ਉਹਦੇ ਨਾਲ ਸਾਡਾ ਮੰਦਿਰ ਨੇੜੇ ਹੋਣ ਕਰਕੇ ਸਾਡੇ ਧਾਰਮਿਕ ਅਕੀਦੇ ਦੀ ਉਲੰਘਣਾ ਹੁੰਦੀ ਹੈ। ਅਤੇ ਸ਼ੇਰੇ ਪੰਜਾਬ ਨੇ ਉਸੇ ਵੇਲੇ ਉਹਨਾਂ ਮੁਸਲਮਾਨ ਵੀਰਾਂ ਨੂੰ ਜਿਹੜੇ ਕੁਝ ਪਰਿਵਾਰ ਸੀ ਦਰਬਾਰ ਦੇ ਵਿੱਚ ਸੱਦ ਕੇ ਸਮਝਾ ਦਿੱਤਾ ਸੀ ਕਿ ਜੇਕਰ ਤੁਸੀਂ ਆਪਣੀ ਮਰਜ਼ੀ ਦਾ ਕੋਈ ਮਾਸ ਜਿਹੜਾ ਉਹ ਖਾਣਾ ਹੈ ਅਤੇ ਉਹ ਕਿਸੇ ਹੋਰ ਜਗ੍ਹਾ ਦੇ ਉੱਪਰ ਤਿਆਰ ਕਰਦੇ ਹੋ, ਉਹਨਾਂ ਦੇ ਧਾਰਮਿਕ ਅਕੀਦੇ ਨੂੰ ਇਸ ਤਰ੍ਹਾਂ ਠੇਸ ਪਹੁੰਚਦੀ ਹੈ। ਸੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਉਹਦੇ ਵਿੱਚ ਇਸ ਤਰ੍ਹਾਂ ਦੀ ਧਰਮ ਨਿਰਪੱਖਤਾ ਸੀ। ਉਹ ਆਪਣੇ ਧਰਮ ਦੀਆਂ ਮਾਨਤਾਵਾਂ ਨੂੰ ਮੰਨਦਿਆਂ ਹੋਇਆਂ ਵੀ ਦੂਜੇ ਧਰਮਾਂ ਦਾ ਇੰਨਾ ਸਤਿਕਾਰ ਸੀ, ਔਰ ਇਹੀ ਕਾਰਨ ਸੀ। ਹੁਣ ਮੈਂ ਉਸੇ ਗੱਲ ਤੇ ਆ ਜਾਂਦਾ ਜਿਹਦੇ ਕਰਕੇ ਰਾਜਮੋਹਨ ਗਾਂਧੀ ਨੂੰ ਇਹ ਗੱਲ ਕਹਿਣੀ ਪੈ ਗਈ ਕਿ ਇੰਨੀ ਥੋੜ੍ਹੀ ਘੱਟ ਗਿਣਤੀ ਦੇ ਹੁੰਦਿਆਂ ਬਹੁ ਗਿਣਤੀ ਲੋਕਾਂ ਦੇ ਉੱਪਰ ਰਾਜ ਕਿਵੇਂ ਕੀਤਾ। ਇਹੀ ਸਾਡੇ ਧਰਮ ਦੇ ਵਿੱਚ ਗੁਣ ਸੀ ਕਿ ਅਸੀਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦੇ ਹਾਂ, ਔਰ ਆਪਣੀਆਂ ਮਾਨਤਾਵਾਂ ਦੇ ਵਿੱਚ ਰਹਿੰਦੇ ਹੋਏ ਵੀ ਅਸੀਂ ਕਿਸੇ ਦੇ ਧਰਮ ਨੂੰ ਸਤਿਕਾਰ ਦਿੰਦੇ ਹਾਂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ। ਸਤਿਕਾਰ ਸਾਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।